Hello students, today we are starting with your first book Electricity and Magnetism by Pradeep's publication. तो बेटा इस बुक का फर्स्ट चैप्टर है कैलकुलस ऑफ वैक्टर्स चैप्टर 1 कैलकुलस ऑफ वैक्टर्स चैप्टर 1 देखो इस चैप्टर ਦੇ ਵਿੱਚ ਕੀ ਹੈ ਐਕਚੁਅਲੀ ਤੁਹਾਡੀ ਬੁੱਕ ਕੀ ਹੈ ਬੁੱਕ ਦੇ ਵਿੱਚ ਮੋਸਟਲੀ ਜੋ ਵੀ ਤੁਸੀਂ ਡੈਰੀਵੇਸ਼ਨਸ ਪੜੋਗੇ ਉਹ ਸਾਰੀਆਂ ਵੈਕਟਰ ਫਾਰਮ 'ਚ ਨੇ ਇਸ ਕਰਕੇ ਤੁਹਾਨੂੰ ਸਕੇਲਰ ਵੈਕਟਰ ਦੀ ਕਲੈਰਿਟੀ ਹੋਣੀ ਚਾਹੀਦੀ ਹੈ ਬੇਟਾ ਮੈਂ ਦੇਖੋ ਇਹ ਮੰਨ ਕੇ ਚੱਲ ਰਹੀ ਹਾਂ ਕਿ ਤੁਹਾਨੂੰ ਵੈਕਟਰਸ ਦੀ ਨੌਲੇਜ ਹੈ ਇਸ ਕਰਕੇ ਮੈਂ ਵੈਕਟਰਸ ਦੀ ਸਟੱਡੀ ਨਹੀਂ ਕਰਾਉਂਗੀ ਤੁਹਾਨੂੰ ਉਹਦੇ ਕੁਝ ਸਿੰਪਲ ਜਿਹੇ ਰੂਲਸ ਨੇ ਜਿਹੜੇ ਇਹਦੇ ਵਿੱਚ ਯੂਜ਼ ਹੋਣਗੇ ਜਿਹੜੇ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਦੱਸੂਗੀ ਤਾਂ ਇਹਦੇ 'ਚ ਇਨੀਸ਼ੀਅਲ ਜਿਹੜੀ ਆਪਣੀ ਫਰਸਟ ਡੈਫੀਨੇਸ਼ਨ ਹੈ ਦੈਟ ਇਜ਼ ਸਕੇਲਰ ਫੀਲਡ ਤੁਸੀਂ ਸਕੇਲਰ ਕੁਆਂਟੀਟੀਜ਼ ਪੜ੍ਹੀਆਂ ਹੋਈਆਂ ਨੇ ਸਕੇਲਰ ਕੁਆਂਟੀਟੀਜ਼ ਕਿਹੜੀਆਂ ਹੁੰਦੀਆਂ ਨੇ ਉਹ ਕੁਆਂਟੀਟੀਜ਼ ਜਿਨ੍ਹਾਂ ਦਾ ਸਿਰਫ ਮੈਗਨੀਟਿਊਡ ਹੁੰਦਾ ਬਟ ਡਾਇਰੈਕਸ਼ਨ ਨਹੀਂ ਹੁੰਦੀ ਉਹ ਸਕੇਲਰ ਕੁਆਂਟੀਟੀਜ਼ ਹੁੰਦੀਆਂ ਨੇ ਆਪਾਂ ਕੀ ਪੜ੍ਹ ਰਹੇ ਹਾਂ ਸਕੇਲਰ ਫੀਲਡ ਤਾਂ ਸਕੇਲਰ ਫੀਲਡ ਦੀ ਡੈਫੀਨੇਸ਼ਨ ਕੀ ਹੈ ਅ ਸਕੇਲਰ ਕੁਆਂਟੀਟੀ ਸਕੇਲਰ ਫੀਲਡ ਕੀ ਹੈ ਅ ਸਕੇਲਰ ਕੁਆਂਟੀਟੀ which is continuous and has unique value at every point मतलब अगर वो continuous है तो the value at every point is unique in certain region of space then it is called scalar field जिस तरह दी examples ने electric potential temperature ये की ने scalar field दियाँ examples ने उस तो बाद है vector field च की आऊगा कि कोई भी vector quantity कोई भी वेक्टर क्वांटिटी विच इज़ कॉन्टीन्यूस एंड इज़ यूनिकली डिफाइंड एट एवरी पॉइंट इन ए सर्टन रीजन ऑफ स्पेस इज़ कॉल्ड वैक्टर फील्ड और असी इनू रिप्रेजेंट किस तरह करते हैं ए वैक्टर इज़ इक्वल टू ए वैक्टर एक्स वाई जैड थोड़े कोआर्डीनेट्स ने उस तरह जो स्केलर फील्ड सी स्केलर फील्ड के उपर वैक्टर का साइन नहीं आऊगा ये कोई भी स्केलर क्वांटिटी होगी वैक्टर फील्ड कोई भी वैक्टर क्वांटिटी हो जेड़ा कि कॉन्टीन्यूस है एंड इज़ यूनिकली डिफाइंड एट एवरी पॉइंट इन सर्टन रीजन ऑफ स्पेस हाँ जी बेटा देखो स्केलर फील्ड ते वैक्टर फील्ड दियां डेफिनेशंस दे विच दो वर्ड्स आए ने उन्हां चों फर्स्ट वर्ड है सर्टन रीजन ऑफ स्पेस और फील्ड इहदा की मीनिंग है ਇਹਦਾ मीनिंग है कि कोई भी क्वांटिटी या कोई फील्ड कोई क्वांटिटी फील्ड कदों बनती है ਜਦੋਂ ਅਸੀਂ ਉਹਦਾ ਕੁਝ ਪਾਰਟਿਕੂਲਰ ਰੀਜ਼ਨ ਦੇ ਵਿੱਚ ਇਫੈਕਟ ਫੀਲ ਕਰ ਸਕਦੇ ਹਾਂ ਹੁਣ ਸਪੋਜ਼ ਕਰੋ ਕਿ ਕਿਸੇ ਪਰਸਨ ਨੇ ਪਰਫਿਊਮ ਲਗਾਇਆ ਤਾਂ ਉਹ ਪਰਫਿਊਮ ਜਦੋਂ ਲਗਾਇਆ ਤਾਂ ਉਸ ਪਰਫਿਊਮ ਦਾ ਇਫੈਕਟ ਕੁਝ ਪਾਰਟਿਕੂਲਰ ਰੀਜ਼ਨ 'ਚ ਹੋਊਗਾ ਜਿੱਥੇ ਤੱਕ ਉਹਦੀ ਸਮੈਲ ਨੂੰ ਅਸੀਂ ਫੀਲ ਕਰ ਸਕਦੇ ਹਾਂ ਤਾਂ ਉਹ ਇੱਕ ਫੀਲਡ ਬਣ ਗਿਆ ਉਸੇ ਤਰ੍ਹਾਂ ਸਰਟਨ ਰੀਜਨ ਆਫ ਸਪੇਸ ਮਤਲਬ ਉਸ ਕੁਆਂਟਿਟੀ ਦਾ ਫੀਲਡ ਜਿੱਥੇ ਤੱਕ ਅਸੀਂ ਉਹਦਾ ਇਫੈਕਟ ਹੈ ਜਿਹੜਾ ਉਹ ਫੀਲ ਕਰ ਸਕਦੇ ਹਾਂ ਉਹਨੂੰ ਅਸੀਂ ਬੋਲਦੇ ਸਰਟਨ ਰੀਜਨ ਆਫ ਸਪੇਸ ਜਾਂ ਫਿਰ ਫੀਲਡ ਮਤਲਬ ਜਿੱਥੇ ਅਸੀਂ ਉਸ ਕੁਆਂਟਿਟੀ ਦਾ ਜਿੱਥੇ ਤੱਕ ਉਹਦਾ ਇਫੈਕਟ ਹੈ ਜਿਹੜਾ ਫੀਲ ਕਰ ਸਕਦੇ ਹਾਂ ਉਸ ਤੋਂ ਬਾਅਦ ਇਹ 'ਚ ਸੈਕਿੰਡ ਟਰਮ ਆਈ ਸੀ ਯੂਨੀਕਲੀ ਡਿਫਾਈਨਡ यूनिकली का मतलब है कि अगर पर्टिकुलर पॉइंट ते उस फील्ड की पर्टिकुलर वैल्यू होए तो असीं उहनूं बोलते हैं यूनीक वैल्यू तो जिस तरह मैं तुहानूं दो एग्जाम्पल दे रही हाँ जितों तुहानूं क्लैरिटी हो जाएगी जिस स्केलर फील्ड की आपां एक एग्जाम्पल पिछे पढ़ीए टैंपरेचर ਉਹਦੀ ਇੱਕ ਮੋਸਟ ਕਾਮਨ ਜਿਹੜੀ ਹੈ ਕਿ ਤੁਸੀਂ ਅਗਰ ਕਿਸੇ ਕੈਂਡਲ ਨੂੰ ਬਰਨ ਕਰਦੇ ਹੋ ਦੀਆ ਲਗਾਉਂਦੇ ਹੋ ਤਾਂ ਉਹਦੀ ਜਿਹੜੀ ਲੋ ਬਣਦੀ ਹੈ ਉਹਦੇ ਲੋ ਦੇ ਰੀਜ਼ਨਸ ਬਣਦੇ ਨੇ ਇਹ ਅਸੀਂ ਛੋਟੀਆਂ ਕਲਾਸਾਂ 'ਚ ਵੀ ਬਹੁਤ ਵਾਰੀ ਪੜ੍ਹ ਚੁੱਕੇ ਹਾਂ ਉਹ ਰੀਜ਼ਨਸ ਕੀ ਨੇ ਜਿਸ ਤਰ੍ਹਾਂ ਇਹ ਨੌਨ ਲੂਮੀਨਸ ਰੀਜ਼ਨ ਹੈ ਇਹ ਡਾਰਕ ਰੀਜ਼ਨ ਹੈ ਇਹ ਲੂਮੀਨਸ ਜ਼ੋਨ ਹੈ ਇਹ ਨੌਨ ਲੂਮੀਨਸ ਜ਼ੋਨ ਹੈ ਮਤਲਬ ਇੱਕ ਕੈਂਡਲ ਦੇ ਵੀ ਡਿਫਰੈਂਟ ਜ਼ੋਨਸ ਹੁੰਦੇ ਕਿਤੇ ਉਹਦੀ ਹੀਟ ਫੀਲ ਹੁੰਦੀ ਹੈ ਕਿਤੇ ਨਹੀਂ ਫੀਲ ਹੁੰਦੀ ਜਿਸ ਤਰ੍ਹਾਂ ਨੌਨ ਲੂਮੀਨਸ ਜ਼ੋਨ ਹੈ ਇਹਦਾ ਟੈਂਪਰੇਚਰ ਅਪਰੋਕਸੀਮੇਟਲੀ 600 ਹੈ उस बाद डार्क जोन है उसका टैंपरेचर 1000 डिग्री सेंटीग्रेड है उस बाद लूमीनस जोन है उसका टैंपरेचर 1200 डिग्री सेंटीग्रेड है फिर फर्दर नॉन लूमीनस जोन है जिसका टैंपरेचर 1400 डिग्री सेंटीग्रेड है दैट मीनस कि इत्थे एक फील्ड बन गया ये फील्ड दे विच टैंपरेचर दियां डिफरेंट पॉइंट्स ते अलग अलग वैल्यूज़ ने तो असीं इहनूं बोलदे ने कि स्केलर फील्ड है बिकॉज टैंपरेचर इज़ अ स्केलर क्वांटिटी
ਉਸ ਤੋਂ ਬਾਅਦ ਹੈ ਵੈਕਟਰ ਫੀਲਡ। ਵੈਕਟਰ ਫੀਲਡ ਮਤਲਬ ਜਿਹਦੀ ਡਾਇਰੈਕਸ਼ਨ ਵੀ ਹੋਏ। ਜਿਸ ਤਰ੍ਹਾਂ ਅਸੀਂ ਐਗਜ਼ਾਮਪਲ ਲੈ ਲੈਂਦੇ ਇੱਕ ਮੈਗਨੇਟ ਦੀ। ਮੈਗਨੇਟ ਦੇ ਕੇਸ 'ਚ ਤੁਸੀਂ ਬੇਟਾ ਇਹ ਲੋਅਰ ਕਲਾਸਿਸ ਦੇ ਵਿੱਚ ਪ੍ਰੈਕਟੀਕਲ ਕੰਡਕਟ ਕੀਤਾ ਹੋਏਗਾ ਕਿ ਜਦੋਂ ਅਸੀਂ ਇੱਕ ਮੈਗਨੇਟ ਦਾ ਫੀਲਡ ਡਰਾ ਕਰਦੇ ਹਾਂ ਉਹਦੇ 'ਤੇ ਕੰਪਾਸ ਰੱਖ ਕੇ, ਤਾਂ ਉਹ ਕੰਪਾਸ ਰੱਖ ਕੇ ਉਹਦੀਆਂ ਜਿਹੜੀਆਂ ਲਾਈਨਸ ਡਰਾ ਹੁੰਦੀਆਂ ਨੇ, ਫੀਲਡ ਲਾਈਨਸ, ਉਹ ਹਮੇਸ਼ਾ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਜਾਂਦੀਆਂ ਨੇ। ਠੀਕ ਹੈ, ਤਾਂ ਇਹ ਫੀਲਡ ਲਾਈਨਸ ਕਿਉਂਕਿ ਇਹਨਾਂ ਦੀ ਯੂਨੀਕ ਇੱਕ ਪਰਟੀਕੂਲਰ ਡਾਇਰੈਕਸ਼ਨ ਹੈ ਕਿ ਇਹਨਾਂ ਨੇ ਨਾਰਥ ਟੂ ਸਾਊਥ ਜਾਣਾ ਹੈ ਜਾਂ ਸਾਊਥ ਟੂ ਨਾਰਥ ਜਾਣਾ ਹੈ, ਤੇ ਉਹਨਾਂ ਦੇ ਪਰਟੀਕੂਲਰ ਪੁਆਇੰਟ ਤੇ ਆਪਣੀ ਇੱਕ ਯੂਨੀਕ ਵੈਲਿਊ, ਮਤਲਬ ਉਹਦੀ ਸਟਰੈਂਥ ਕਿੰਨੀ ਕੁ ਹੈ, ਕਿਸ ਪੁਆਇੰਟ ਤੇ ਉਸ ਫੀਲਡ ਦੀ ਸਟਰੈਂਥ ਕਿੰਨੀ ਹੈ। ਜਿਵੇਂ ਜਿਵੇਂ ਅਸੀਂ ਇਹਦੇ ਆਊਟਸਾਈਡ ਜਾਵਾਂਗੇ, ਇਹਦੇ ਤੋਂ ਜਿੰਨਾ ਮੈਗਨੇਟ ਤੋਂ ਤੁਸੀਂ ਦੂਰ ਜਾਈ ਜਾਓਗੇ, ਇਹਦੇ ਫੀਲਡ ਦਾ ਇਫੈਕਟ ਘਟੀ ਜਾਊਗਾ। ਦੈਟ ਮੀਨਸ ਕਿ ਇੱਥੇ ਦੇ ਮੈਗਨੈਟਿਕ ਫੀਲਡ ਦੀ ਪਰਟੀਕੂਲਰ ਪੁਆਇੰਟ ਤੇ ਪਰਟੀਕੂਲਰ ਵੈਲਿਊ ਆਊਗੀ। ਤਾਂ ਇਹ ਐਗਜ਼ਾਮਪਲਸ ਨੇ ਦੋ ਬੇਟਾ ਜਿਨ੍ਹਾਂ ਤੋਂ ਤੁਹਾਨੂੰ ਕਲੈਰਿਟੀ ਹੋ ਜਾਏਗੀ ਕਿ ਸਕੇਲਰ ਫੀਲਡ, ਵੈਕਟਰ ਫੀਲਡ ਤੇ ਉਹਨਾਂ ਦੀ ਸਕੇਲਰ ਕੁਆਂਟੀਟੀ ਤੇ ਵੈਕਟਰ ਕੁਆਂਟੀਟੀਜ਼ ਦੇ ਵਿੱਚ ਕੀ ਡਿਫਰੈਂਸ ਹੈ। ਉਸ ਤੋਂ ਬਾਅਦ ਨੈਕਸਟ ਇਹਦੇ ਵਿੱਚ ਡੈਲ ਆਪਰੇਟਰ। ਦੇਖੋ ਆਪਰੇਟਰ ਕੀ ਹੈ। ਆਪਰੇਟਰ ਜਿਹੜਾ ਕਿਸੇ ਵੀ ਫੰਕਸ਼ਨ ਤੇ ਲੱਗਦਾ ਹੈ ਤੇ ਉਹਦੇ ਅਕੋਰਡਿੰਗ ਉਹ ਫੰਕਸ਼ਨ 'ਚ ਚੇਂਜਸ ਆਉਂਦੀਆਂ ਨੇ, ਉਹਨੂੰ ਅਸੀਂ ਆਪਰੇਟਰ ਬੋਲਦੇ ਹਾਂ। ਤਾਂ ਡੈਲ ਆਪਰੇਟਰ ਕੀ ਹੈ। ਡੈਲ ਆਪਰੇਟਰ ਦਾ ਸਿੰਬਲ ਕੀ ਹੈ, ਦਿਸ ਡੈਲ, ਇਹਨੂੰ ਅਸੀਂ ਬੋਲਦੇ ਹਾਂ ਡੈਲ। Del is defined as I cap curly upon curly x, j cap curly upon curly y plus k cap curly upon curly z। मतलब ਅਸੀਂ ਦੇਖ ਸਕਦੇ ਹਾਂ ਕਿ it is simply a differentiable vector। ਇਹ ਕੀ ਹੈ, ਇੱਕ differentiable operator ਹੈ। ਇਹ ਕੀ ਹੈ, operator। ਇੱਥੇ ਤੁਸੀਂ ਕੋਈ ਵੀ ਫੰਕਸ਼ਨ ਇਹਦੇ ਨਾਲ ਲਗਾ ਦੋਗੇ, ਉਹ ਫੰਕਸ਼ਨ ਇਸ ਦੇ ਰਿਲੇਸ਼ਨ ਦੇ ਅਕੋਰਡਿੰਗ ਚੇਂਜ ਹੋ ਜਾਊਗਾ। ਨੈਕਸਟ ਟਰਮ ਹੈ ਲੈਪਲੇਸੀਅਨ ਆਪਰੇਟਰ। ਲੈਪਲੇਸੀਅਨ ਆਪਰੇਟਰ ਇਜ਼ ਡੈਲ ਸਕੇਅਰ। ਮਤਲਬ ਅਗਰ ਅਸੀਂ ਡੈਲ ਦੇ ਨਾਲ ਡਾਟ ਕਰਦੇ ਹਾਂ, ਡੈਲ ਆਪਰੇਟਰ ਕੀ ਸੀ, ਆਈ ਕੈਪ ਕਰਲੀ ਪੌਨ ਕਰਲੀ ਐਕਸ, ਜੇ ਕੈਪ ਕਰਲੀ ਪੌਨ ਕਰਲੀ ਵਾਈ, ਕੇ ਕੈਪ ਕਰਲੀ ਪੌਨ ਕਰਲੀ ਜ਼ੈਡ। ਇਹਦੀ ਡਾਟ ਕਰਨੀ ਹੈ ਇਹਦੇ ਨਾਲ ਹੀ। ਦੇਖੋ ਵੈਕਟਰ ਦੇ ਵਿੱਚ ਡਾਟ ਪ੍ਰੋਡਕਟ ਦਾ ਕੀ ਰੂਲ ਹੈ। ਡਾਟ ਪ੍ਰੋਡਕਟ ਦਾ ਰੂਲ ਹੈ ਕਿ ਅਗਰ ਆਈ ਦੇ ਨਾਲ ਡਾਟ ਹੁੰਦੀ ਹੈ ਤਾਂ ਉਹ 1 ਹੁੰਦਾ ਹੈ, ਜੇ ਦੀ ਜੇ ਨਾਲ ਡਾਟ ਹੈ ਤਾਂ ਉਹ 1 ਹੈ, ਕੇ ਦੀ ਕੇ ਦੇ ਨਾਲ ਡਾਟ ਹੈ ਤਾਂ ਉਹ ਕੀ ਹੈ, 1 ਹੈ। ਤਾਂ ਉਸੇ ਤਰ੍ਹਾਂ ਜਦੋਂ ਅਸੀਂ ਉਹਦੇ ਡਾਟ ਪ੍ਰੋਡਕਟ ਕਰਾਂਗੇ, ਡਾਟ ਪ੍ਰੋਡਕਟ 'ਚ ਆਈ ਦੀ ਆਈ ਨਾਲ ਹੋਊਗੀ, ਜੇ ਦੀ ਜੇ ਨਾਲ ਹੋਊਗੀ, ਕੇ ਦੀ ਕੇ ਨਾਲ ਹੋਊਗੀ। ਤੇ ਸਾਡੇ ਕੋਲ ਕੀ ਬਣ ਗਿਆ, ਕਰਲੀ ਪੌਨ ਕਰਲੀ ਐਕਸ, ਕਰਲੀ ਪੌਨ ਕਰਲੀ ਐਕਸ, ਕਰਲੀ ਪੌਨ ਕਰਲੀ ਵਾਈ, ਕਰਲੀ ਪੌਨ ਕਰਲੀ ਵਾਈ ਪਲਸ ਕਰਲੀ ਪੌਨ ਕਰਲੀ ਜ਼ੈਡ, ਕਰਲੀ ਪੌਨ ਕਰਲੀ ਜ਼ੈਡ। ਤਾਂ ਅਲਟੀਮੇਟਲੀ ਇਹ ਟਰਮ ਸਾਡੇ ਕੋਲ ਕੀ ਬਣ ਗਈ, ਡੈਲ ਸਕੇਅਰ ਕਰਲੀ ਸਕੇਅਰ ਪੌਨ ਕਰਲੀ ਐਕਸ ਸਕੇਅਰ प्लस करली स्केयर अपॉन करली वाई स्केयर प्लस करली स्केयर अपॉन करली Z स्केयर। तो सिंपली अगर असी देखिए इनू तो लैपलेसियन ऑपरेटर की है, इट्स डबल डिफरेंशिएशन। ये की है, डबल डिफरेंशिएशन होगी। मतलब अगर कोई फंक्शन इहदे नाल अटैच हुंदा है तो उहदे नाल लैपलेसियन ऑपरेटर अगर लगता है तो उस फंक्शन की की होगी, डबल डिफरेंशिएशन हो जाएगी। नैक्सट इस चैप्टर च आंदा है ग्रेडियंट। बहुत इंपॉर्टेंट टर्म है ये। इस चैप्टर की बहुत इंपॉर्टेंट टर्म है ग्रेडियंट ऑफ स्केलर फील्ड। देखो ग्रेडियंट का अगर असी सिंपल जी लैंग्वेज च मीनिंग देखना होए तो ग्रेडियंट का मीनिंग की है। ग्रेडियंट का मीनिंग है कि जदों कोई भी स्केलर क्वांटिटी डिस्टेंस दे नाल चेंज हुंदी है तो असी उहनूं ग्रेडियंट बोलते हैं। कोई भी स्केलर क्वांटिटी, कोई भी स्केलर फंक्शन अगर डिस्टेंस दे नाल चेंज हो रहा है तो असीं उहनूं नाम दिंदे हां ग्रेडियंट का। तो किसी स्केलर फील्ड का ध्यान रखना बेटा, ग्रेडियंट स्केलर फील्ड का फाइंड आउट किया जाता है। तो ग्रेडियंट की डेफिनेशन की है, ग्रेडियंट इज़ डिफाइंड एज एट अ पॉइंट इज़ डिफाइंड एज द मैक्सिमम वैल्यू ऑफ द स्पेशल rate of change of scalar field function at that point। मतलब gradient is defined as maximum value of the special। देखो it is not special, it's special। special word use करते हैं आप coordinates ਦੇ ਲਈ, x y z ਦੇ ਲਈ, ठीक है। ਤਾਂ अगर किसी भी फंक्शन ਦੇ ਵਿੱਚ ਕਿਸੇ भी scalar quantity 'ਚ change ਹੁੰਦਾ है तो ਉਹਦਾ maximum change अगर किसी पर्टिकुलर डायरैक्शन च हो रहा है तो उन्होंने असीं की बोलते हैं, ग्रेडियंट बोलते हैं। ਉਹਦੀ मैक्सिमम वैल्यू नूं देखना,
ਉਹਦੇ ਚੇਂਜ 'ਚ ਜੋ ਮੈਕਸਿਮਮ ਜਿਸ ਡਾਇਰੈਕਸ਼ਨ 'ਚ ਹੋ ਰਿਹਾ ਉਹਨੂੰ ਓਬਜ਼ਰਵ ਕਰਨਾ। ਤਾਂ ਸਪੋਜ਼ ਕਰੋ v ਤੁਹਾਡੇ ਕੋਲ ਕੋਈ ਸਕੇਲਰ ਫੰਕਸ਼ਨ ਹੈ, v ਇਜ਼ ਸਮ ਸਕੇਲਰ ਫੰਕਸ਼ਨ। ਤਾਂ ਆ ਕੋਆਰਡੀਨੇਟ ਸਿਸਟਮ ਹੈ ਆਪਣਾ x y z। ਆ ਪੁਆਇੰਟ p ਹੈ, ਦਿਸ ਪੁਆਇੰਟ ਇਜ਼ p। ਇਹਦਾ ਇੱਥੋਂ ਪੋਜੀਸ਼ਨ ਵੈਕਟਰ origin ਤੋਂ r ਹੈ। ਸੈਕਿੰਡ ਪੁਆਇੰਟ ਹੈ q, ਇਹਦਾ ਪੋਜੀਸ਼ਨ ਵੈਕਟਰ ਹੈ r plus dr। ਤਾਂ ਅਗਰ ਅਸਾਂ ਨੈਚੁਰਲ ਡਿਸਟੈਂਸ ਕੈਲਕੂਲੇਟ ਕਰਨਾ ਹੈ ਕਿ ਸਪੋਜ਼ ਇੱਥੇ ਫੰਕਸ਼ਨ v ਸੀ, ਇੱਥੇ ਫੰਕਸ਼ਨ ਕੀ ਸੀ v ਸੀ, v ਦੇ ਕੋਆਰਡੀਨੇਟਸ ਕੀ ਸੀਗੇ x y z। ਜਦੋਂ ਮੂਵਮੈਂਟ ਹੋਈ p to q ਤਾਂ v ਦੇ ਵਿੱਚ ਚੇਂਜ ਆਇਆ, ਉਹ ਅਸੀਂ ਚੇਂਜ ਹੁਣ ਕੈਲਕੂਲੇਟ ਕਰਦੇ ਹਾਂ। ਤਾਂ ਸਪੋਜ਼ ਕਰੋ v ਦਾ ਪੋਜੀਸ਼ਨ ਵੈਕਟਰ ਐਟ ਪੁਆਇੰਟ p ਕੀ ਹੈ xi yj zk, ਕਿਉਂਕਿ ਅਸੀਂ 3 ਡਾਇਮੈਂਸ਼ਨਸ 'ਚ ਦੇਖ ਰਹੇ ਹਾਂ। ਤਾਂ ਨੈਕਸਟ ਜਦੋਂ ਅਸੀਂ q ਪੁਆਇੰਟ ਤੇ ਦੇਖਦੇ ਹਾਂ ਕੋਆਰਡੀਨੇਟਸ 'ਚ ਤਾਂ x 'ਚ ਚੇਂਜ ਹੋ ਗਿਆ, ਸਪੋਜ਼ ਕਰੋ x 'ਚ ਕੁਛ ਚੇਂਜ ਹੋ ਗਿਆ dx, y 'ਚ ਕੁਛ ਚੇਂਜ ਹੋ ਗਿਆ dy, z 'ਚ ਕੁਛ ਚੇਂਜ ਹੋ ਗਿਆ dz। ਦੇਖੋ ਬੇਟਾ ਜਦੋਂ ਤੁਸੀਂ p ਤੋਂ q ਮੂਵ ਕਰੋਗੇ ਤਾਂ ਉਹਦੇ ਕੋਆਰਡੀਨੇਟਸ ਚੇਂਜ ਹੋਣਗੇ। ਉਹ ਚੇਂਜ ਆਪਾਂ ਨੇ ਅਸਿਊਮ ਕੀਤਾ ਕਿ x 'ਚ dx ਹੋ ਗਿਆ, y 'ਚ ਸਪੋਜ਼ ਕਰੋ dy ਹੋ ਗਿਆ, z 'ਚ dz ਹੋ ਗਿਆ। ਅਸੀਂ ਇਹਨਾਂ ਦੋਨਾਂ ਇਕੁਏਸ਼ਨਸ ਨੂੰ 1 ਤੇ 2 ਨੂੰ ਸਬਟਰੈਕਟ ਕਰ ਦਿੰਦੇ ਆ। ਤਾਂ ਜਦੋਂ ਅਸੀਂ ਸਬਟਰੈਕਟ ਕਰਾਂਗੇ ਤਾਂ ਤੁਹਾਡੇ ਕੋਲ r ਨਾਲ r ਕੈਂਸਲ ਹੋ ਜਾਊਗਾ, dr ਬਚ ਗਿਆ। ਇੱਧਰ ਕੀ ਹੋਊਗਾ x ਨਾਲ x ਕੈਂਸਲ ਹੋ ਜਾਊਗਾ, y ਨਾਲ y ਹੋ ਜਾਊਗਾ, z ਨਾਲ z ਹੋ ਜਾਊਗਾ। ਤਾਂ dr ਦੀ ਤੁਹਾਡੇ ਕੋਲ ਵੈਲਿਊ ਕੀ ਬਚ ਗਈ dxi dyj dz k ਕੈਪ। ਉਸ ਤੋਂ ਇਲਾਵਾ ਜਦੋਂ v ਦੇ ਵਿੱਚ ਚੇਂਜ ਹੋਇਆ, v 'ਚ ਚੇਂਜ ਹੋਇਆ ਜਦੋਂ ਮੂਵਮੈਂਟ ਹੋਈ p to q, ਇਸ ਚੇਂਜ ਨੂੰ ਅਸੀਂ ਲਿਖਦੇ ਹਾਂ dv ਦੇ ਨਾਲ। ਔਰ ਕਿਉਂਕਿ ਜਿਹੜਾ ਚੇਂਜ ਹੋ ਰਿਹਾ ਉਹ ਤਿੰਨੋਂ ਕੋਆਰਡੀਨੇਟਸ ਓਬਜ਼ਰਵ ਹੋ ਰਿਹਾ x 'ਚ ਵੀ y 'ਚ ਵੀ z 'ਚ ਵੀ। ਤਾਂ dv ਨੂੰ ਲਿਖਣ ਦਾ ਮੈਥਡ ਕੀ ਹੈ ਕਰਲੀ v upon ਕਰਲੀ x dx, ਕਰਲੀ v upon ਕਰਲੀ y dy, ਕਰਲੀ v upon ਕਰਲੀ z dz। ਤਾਂ dv ਕੀ ਬਣ ਗਿਆ dv ਇਜ਼ ਇਕੁਅਲ ਟੂ, ਦੇਖੋ ਬੇਟਾ ਆ ਜਿਹੜੀ ਇਕੁਏਸ਼ਨ ਹੈ ਦਿਸ ਇਕੁਏਸ਼ਨ, ਇਹਨੂੰ ਰੀਅਰੇਂਜ ਕਰਕੇ ਲਿਖਣਾ ਹੈ। ਇਸ ਤਰ੍ਹਾਂ ਰੀਅਰੇਂਜ ਕਰਕੇ ਲਿਖਣਾ ਹੈ ਕਿ ਸਾਡੇ ਕੋਲ ਵਾਪਿਸ ਇਹੀ ਇਕੁਏਸ਼ਨ ਬਣ ਜੇ। ਉਹਦੇ ਲਈ ਕੀ ਕੀਤਾ, ਆ ਜਿਹੜੇ ਦੋ ਵੇਰੀਏਬਲਸ ਨੇ ਇਹਨਾਂ ਦੇ ਵਿੱਚ ਇਹਨਾਂ ਨੂੰ ਸੈਪਰੇਟ ਕਰ ਲਿਆ। ਕਰਲੀ v upon ਕਰਲੀ x i ਕੈਪ, ਕਰਲੀ v upon ਕਰਲੀ y j ਕੈਪ, ਕਰਲੀ v upon ਕਰਲੀ z k ਕੈਪ ਡਾਟ dxi plus dyj plus dz k ਕੈਪ। ਤਾਂ ਹੁਣ ਅਗਰ ਤੁਸੀਂ ਧਿਆਨ ਨਾਲ ਦੇਖੋ, ਮਤਲਬ ਤੁਸੀਂ ਇਹਦੀ ਡਾਟ ਕਰੋ ਤਾਂ ਤੁਹਾਨੂੰ ਵਾਪਿਸ ਇਹੀ ਆਨਸਰ ਓਬਟੇਨ ਹੋ ਜਾਊਗਾ। ਇਹ ਇੱਕ ਲਿਖਣ ਦਾ ਵੇ ਹੈ ਇਹਨੂੰ। ਹੁਣ ਇਸ ਪਾਰਟ ਦੇ ਵਿੱਚੋਂ ਅਸੀਂ ਕੀ ਕਰਦੇ ਹਾਂ, ਕਿਉਂਕਿ v ਇੱਕ ਕਾਮਨ ਸਕੇਲਰ ਫੰਕਸ਼ਨ ਹੈ ਤਾਂ v ਨੂੰ ਅਸੀਂ ਬਾਹਰ ਕੱਢ ਲਿਆ। ਕਰਲੀ ਪੌਨ ਕਰਲੀ x i ਕੈਪ, ਕਰਲੀ ਪੌਨ ਕਰਲੀ y j ਕੈਪ, ਕਰਲੀ ਪੌਨ ਕਰਲੀ z k ਕੈਪ ਡਾਟ ਸਾਡਾ dx dy ਐਂਡ dz। ਹੁਣ ਜਿਹੜਾ ਆਹ ਵਾਲਾ ਫੈਕਟਰ ਹੈ ਦਿਸ ਫੈਕਟਰ, ਇਹ ਅਸੀਂ ਹੁਣੇ ਪਿੱਛੇ ਪੜ੍ਹ ਕੇ ਚੁੱਕੇ ਹਾਂ ਕਿ ਇਹ ਸਾਰਾ ਕੀ ਹੈ, ਇਹ ਸਾਰਾ ਡੈਲ ਆਪਰੇਟਰ ਹੈ। ਇਹ ਸਾਰਾ ਕੀ ਹੈ ਡੈਲ ਆਪਰੇਟਰ ਹੈ। ਤਾਂ ਇਹਨੂੰ ਅਸੀਂ ਕੀ ਲਿਖ ਸਕਦੇ ਹਾਂ ਡੈਲ v ਡਾਟ ਆ ਸਾਰਾ ਕੀ ਹੈ, ਇਹ ਸਾਰਾ dr ਸੀ ਸਾਡੀ ਆਹ ਵਾਲੀ ਇਕੁਏਸ਼ਨ। ਇਹ ਸਾਰਾ ਫੈਕਟਰ ਕੀ ਹੈ dr, ਤਾਂ ਕੀ ਬਣ ਗਿਆ ਡੈਲ v ਡਾਟ dr। ਤੇ dv ਕੀ ਹੈ, ਇਹਦੇ 'ਚ ਬੇਟਾ ਦੇਖੋ ਆ ਜਿਹੜੀ ਕੁਆਂਟਿਟੀ ਹੈ ਦਿਸ ਕੁਆਂਟਿਟੀ ਡੈਲ v, ਇਹਨੂੰ ਅਸੀਂ ਗ੍ਰੇਡੀਐਂਟ ਬੋਲਦੇ ਹਾਂ। ਇਹ ਜਿਹੜਾ ਕੀ ਹੈ ਡੈਲ v, ਇਹਨੂੰ ਅਸੀਂ ਕੀ ਬੋਲਦੇ ਹਾਂ ਗ੍ਰੇਡੀਐਂਟ ਬੋਲਦੇ ਹਾਂ। ਤਾਂ dv ਕੀ ਹੈ, dv ਇਜ਼ ਇਕੁਅਲ ਟੂ ਡੈਲ v ਮੈਗਨੀਟਿਊਡ ਫਾਰਮ 'ਚ ਲੈ ਲਿਆ dr cos ਥੀਟਾ। ਇਹਦੇ 'ਚ ਅਸੀਂ dr ਨੀਚੇ ਲੈ ਗਏ, dv upon dr ਇਜ਼ ਇਕੁਅਲ ਟੂ ਡੈਲ v cos ਥੀਟਾ। ਇਹ ਧਿਆਨ ਰੱਖਣਾ ਬੇਟਾ ਮੈਗਨੀਟਿਊਡ ਫਾਰਮ ਦੇ ਵਿੱਚ ਹੈ। ਹੁਣ ਦੇਖੋ ਅਗਰ ਅਸੀਂ ਇਸ ਇਕੁਏਸ਼ਨ 'ਚ ਦੇਖੀਏ dv upon dr ਡੈਲ v cos ਥੀਟਾ, ਅਸੀਂ ਦੇਖਣਾ ਵੀ ਇਹ ਮੈਕਸਿਮਮ ਕਦੋਂ ਹੋਊਗਾ। ਇਹ ਮੈਕਸਿਮਮ ਉਦੋਂ ਹੋਊਗਾ ਜਦੋਂ ਇੱਧਰ ਐਂਗਲ ਜਿਹੜਾ ਥੀਟਾ ਐਂਗਲ ਹੈ, ਥੀਟਾ ਐਂਗਲ ਕਾਹਦੇ 'ਚ ਬਣ ਰਿਹਾ ਸੀ, ਦੇਖੋ ਥੀਟਾ ਐਂਗਲ ਬਣ ਰਿਹਾ ਸੀਗਾ ਡੈਲ v ਤੇ dr 'ਚ। ਆਹ ਵਾਲਾ r ਹੈ, ਅਸੀਂ ਕੋਈ ਵੈਕਟਰ ਡਰਾ ਕੀਤਾ ਹੋਇਆ ਹੈ, ਕੀ ਹੈ r ਹੈ। ਚੇਂਜ ਇੱਧਰ ਨੂੰ ਦੇਖ ਰਹੇ ਹਾਂ ਅਸੀਂ, ਚੇਂਜ ਇੱਧਰ ਨੂੰ ਦੇਖ ਰਹੇ ਹਾਂ ਡੈਲ v, ਇਹਨਾਂ ਦੋਨਾਂ ਦੇ ਵਿੱਚ ਐਂਗਲ ਕੀ ਬਣ ਰਿਹਾ ਥੀਟਾ। ਤੇ ਕਹਿੰਦੇ ਚੇਂਜ ਕਦੋਂ ਮੈਕਸਿਮਮ ਹੋਊਗਾ, ਚੇਂਜ ਉਦੋਂ ਮੈਕਸਿਮਮ ਹੋਊਗਾ ਜਦੋਂ cos ਥੀਟਾ ਦੀ ਵੈਲਿਊ ਮੈਕਸਿਮਮ ਹੋਊਗੀ। ਤੇ cos ਥੀਟਾ ਦੀ ਵੈਲਿਊ ਮੈਕਸਿਮਮ ਕਦੋਂ ਹੋਊਗੀ, ਸਾਨੂੰ ਪਤਾ ਹੈ ਕਿ cos ਥੀਟਾ ਦੀ ਵੈਲਿਊ ਮੈਕਸਿਮਮ 1 ਹੁੰਦੀ ਹੈ।
ਤੇ ਉਹ ਉਦੋਂ ਹੁੰਦੀ ਹੈ ਜਦੋਂ ਥੀਟਾ ਕੀ ਹੁੰਦਾ 0 ਹੁੰਦਾ। ਦੈਟ ਮੀਨਸ ਅਗਰ ਤੁਹਾਡਾ ਐਂਗਲ ਇੱਥੇ 0 ਹੈ, ਇਹ 0 ਕਦੋਂ ਬਣੂਗਾ? ਜਦੋਂ ਤੁਹਾਡਾ ਇਹ ਵੈਕਟਰ ਇਹਦੇ ਨਾਲ ਕੋਇਨਸਾਈਡ ਕਰੂਗਾ, ਤੁਹਾਡਾ ਇਹ ਡਿਸਪਲੇਸਮੈਂਟ ਵੈਕਟਰ ਤੁਹਾਡੇ ਡੈਲ ਵੀ ਦੇ ਨਾਲ ਕੋਇਨਸਾਈਡ ਕਰੂਗਾ, ਉਦੋਂ ਉਰੇ ਐਂਗਲ 0 ਬਣੂਗਾ। ਤਾਂ ਉਸ ਕੇਸ 'ਚ ਜਿਹੜਾ ਚੇਂਜ ਹੈ ਉਹ ਮੈਕਸਿਮਮ ਹੋਊਗਾ। dv/dr ਮੈਕਸਿਮਮ ਇਜ਼ ਇਕੁਅਲ ਟੂ ਡੈਲ ਵੀ। ਇਹਨੂੰ ਹੀ ਆਪਾਂ ਗ੍ਰੇਡੀਅੰਟ ਬੋਲਦੇ ਹਾਂ, ਠੀਕ ਹੈ। ਡੈਲ ਵੀ gradient of a scalar function, ਤਾਂ ਇਹਦੀ ਡੈਫੀਨੇਸ਼ਨ ਮੈਂ ਪਹਿਲਾਂ ਕੀ ਬੋਲੀ ਸੀ? ਇਟ ਇਜ਼ ਡਿਫਾਈਨਡ ਐਜ਼ ਦਾ ਮੈਕਸਿਮਮ ਵੈਲਿਊ, it is defined as the maximum value of special rate of change of, देखो ये change है, rate of change कादा change? v change हो रहा है with respect to distance। ਤਾਂ ਇਸ ਕੁਆਂਟਿਟੀ ਨੂੰ ਅਸੀਂ ਕੀ ਨਾਮ ਦਿੰਨੇ ਆ? ਗ੍ਰੇਡੀਐਂਟ ਦਾ ਨਾਮ ਦਿੰਨੇ ਆ। ਤਾਂ ਅਗਰ ਤੁਸੀਂ ਧਿਆਨ ਨਾਲ ਦੇਖੋ ਗ੍ਰੇਡੀਐਂਟ ਐਕਚੁਅਲੀ 'ਚ ਹੈ ਕੀ? ਅਗਰ ਅਸੀਂ ਸਿੰਪਲੀ ਸੋਚਣਾ ਹੈ ਗ੍ਰੇਡੀਐਂਟ ਕੀ ਹੈ? ਗ੍ਰੇਡੀਐਂਟ ਇੱਕ ਚੇਂਜ ਹੈ, ਮਤਲਬ ਜਿਹੜਾ ਵੀ ਤੁਹਾਡੇ ਕੋਲ ਸਕੇਲਰ ਫੰਕਸ਼ਨ ਹੈ ਤੁਸੀਂ ਉਹਦੀ ਡਿਫਰੈਂਸ਼ੀਏਸ਼ਨ ਕਰਨੀ ਹੈ ਵਿਦ ਰਿਸਪੈਕਟ ਟੂ ਡਿਸਟੈਂਸ। ਤਾਂ ਜਦੋਂ ਤੁਸੀਂ ਵਿਦ ਰਿਸਪੈਕਟ ਟੂ ਡਿਸਟੈਂਸ ਮਤਲਬ ਵਿਦ ਰਿਸਪੈਕਟ ਟੂ ਐਕਸ ਵਾਈ ਜ਼ੈਡ, ਜਦੋਂ ਤੁਸੀਂ ਉਸ ਫੰਕਸ਼ਨ ਦੀ ਡਿਫਰੈਂਸ਼ੀਏਸ਼ਨ ਕਰੋਗੇ, ਜਿਹੜਾ ਆਨਸਰ ਆਊਗਾ ਉਹ ਤੁਹਾਡਾ ਉਸ ਵੈਲਿਊ ਦੇ ਲਈ ਗ੍ਰੇਡੀਐਂਟ ਹੋਊਗਾ। ਕਲੀਅਰ ਹੈ ਬੇਟਾ? ਬਹੁਤ ਇੰਪੋਰਟੈਂਟ ਟਰਮ ਹੈ, ਮੈਂ ਦੁਬਾਰਾ ਦੱਸ ਰਹੀ ਹਾਂ। ਗ੍ਰੇਡੀਐਂਟ ਕੀ ਹੈ? ਗ੍ਰੇਡੀਐਂਟ ਜਦੋਂ ਕੋਈ ਸਕੇਲਰ ਫੰਕਸ਼ਨ ਵਿਦ ਰਿਸਪੈਕਟ ਟੂ ਡਿਸਟੈਂਸ ਚੇਂਜ ਹੁੰਦਾ ਤਾਂ ਉਹਨੂੰ ਅਸੀਂ ਗ੍ਰੇਡੀਐਂਟ ਬੋਲਦੇ ਹਾਂ। ਬਸ ਇੱਥੇ ਕੱਢਣ ਦਾ ਮੈਥਡ ਕੀ ਹੈ ਕਿ ਤੁਸੀਂ ਉਸ ਫੰਕਸ਼ਨ ਦੀ ਵਿਦ ਰਿਸਪੈਕਟ ਟੂ ਐਕਸ ਵਾਈ ਜ਼ੈਡ ਸਿੰਪਲ ਡਿਫਰੈਂਸ਼ੀਏਸ਼ਨ ਕਰ ਦੇਣੀ ਹੈ, ਜੋ ਆਊਗਾ ਉਹ ਤੁਹਾਡਾ ਆਨਸਰ ਹੋਊਗਾ। ਉਸ ਤੋਂ ਬਾਅਦ ਨੈਕਸਟ ਹੈ ਡਿਟਰਮੀਨੇਸ਼ਨ ਆਫ ਡਾਇਰੈਕਸ਼ਨ ਆਫ ਗ੍ਰੇਡੀਐਂਟ। डायरेक्शन मतलब किस डायरेक्शन च चेंज हो रहा है तुसी वो कैलकुलेट करना है। देखो कहंदा सपोज n कैप इज़ द यूनिट वैक्टर इन द डायरेक्शन ऑफ dr। n कैप यूनिट वैक्टर है dr की डायरेक्शन दे विच। तां n कैप ਤੁਹਾਨੂੰ याद होएगा बेटा, असी कोई भी जदों वैक्टर लिखते हैं असी वैक्टर की डेफिनेशन की दिन्ने हुन्ने आ? Vector is a quantity which has magnitude and direction, मतलब which has magnitude and its direction। direction ਅਸੀਂ ਦੱਸਦੇ ਹਾਂ ਕੈਪ ਵਾਲੇ ਵੈਕਟਰਸ ਦੇ ਨਾਲ। ਤਾਂ ਇੱਥੋਂ ਸਾਡੇ ਕੋਲ ਫਿਰ a ਕੈਪ ਕੀ ਬਣ ਗਿਆ? a ਵੈਕਟਰ ਅਪੋਨ a ਬਣ ਗਿਆ, ਉਹਦਾ ਮੈਗਨੀਟਿਊਡ ਆ ਗਿਆ। ਤਾਂ ਅਗਰ n ਯੂਨਿਟ ਵੈਕਟਰ ਇਨ ਦਾ ਡਾਇਰੈਕਸ਼ਨ ਆਫ dr, ਤਾਂ n ਕੈਪ ਨੂੰ ਅਸੀਂ ਕੀ ਲਿਖਾਂਗੇ? dr ਵੈਕਟਰ ਅਪੋਨ ਇਟਸ ਮੈਗਨੀਟਿਊਡ। ਤਾਂ dr ਵੈਕਟਰ ਸਾਡੇ ਕੋਲ ਕੀ ਬਣ ਗਿਆ? n ਕੈਪ dr ਦਾ ਮੈਗਨੀਟਿਊਡ। ਹੁਣ ਜੋ ਸਾਡੇ ਕੋਲ dv ਸੀ, dv ਇਟ ਇਜ਼ ਇਕੁਅਲ ਟੂ ਡੈਲ v ਡਾਟ dr ਸੀ। ਤਾਂ ਡੈਲ v ਡਾਟ n ਕੈਪ dr ਲਿਖ ਸਕਦੇ ਹਾਂ ਅਸੀਂ ਉਹਨੂੰ ਵਿਦ ਮੈਗਨੀਟਿਊਡ। ਤਾਂ ਇੱਥੋਂ dv ਅਪੋਨ dr ਨੀਚੇ ਲਿਆਏ, ਡੈਲ v ਡਾਟ n ਕੈਪ ਆ ਗਿਆ। ਤਾਂ ਗ੍ਰੇਡੀਐਂਟ ਦੀ ਡਾਇਰੈਕਸ਼ਨ ਕੀ ਹੈ? ਕਹਿੰਦਾ ਦਸ ਗ੍ਰੇਡੀਐਂਟ ਇਜ਼ ਅ ਵੈਕਟਰ whose magnitude is equal to maximum rate of change of v and is directed along the direction of maximum rate of change of v। ਤਾਂ ਇਹ ਕਹਿ ਰਿਹਾ ਕਿ ਉਸ ਡਾਇਰੈਕਸ਼ਨ 'ਚ ਮੈਕਸਿਮਮ ਚੇਂਜ ਹੋਊਗਾ ਜਿਸ ਡਾਇਰੈਕਸ਼ਨ ਦੇ ਅਲੋਂਗ ਇਹ ਆਪ ਲਾਈ ਕਰੂਗਾ। ਕਲੀਅਰ? ਨੈਕਸਟ ਆਰਟੀਕਲ ਹੈ ਜਿਓਮੈਟ੍ਰੀਕਲ ਇੰਟਰਪ੍ਰੀਟੇਸ਼ਨ ਆਫ ਗ੍ਰੇਡੀਐਂਟ v। इस केस च कहते सपोज करो कि v जो साडा स्केलर फंक्शन है वो कांस्टेंट है। इफ वी मूव अलोंग द सरफेस s, सपोज करो कि इस सरफेस के अलोंग मूव कर रहे हैं, dr इहदा स्मॉल डिसप्लेसमेंट वैक्टर है। तो अगर जो असीं मूव करांगे क्योंकि v एक कांस्टेंट वैक्टर लै रहे हैं तो उस चेंज की होगा? 0 होगा। जिहड़ी चीज़ कांस्टेंट है उस कोई चेंज नहीं होना। तो डैल v डॉट dr इज़ इक्वल टू dv का रिलेशन पढ़िया सी, डैल v डॉट dr इज़ इक्वल टू 0। दो वैक्टर्स की डॉट कदों 0 होंदी है? जदों एक वैक्टर दूजे वैक्टर दे नॉर्मल होंदा है। दैट मीनस ग्रेडियंट इज़ नॉर्मल टू द सरफेस। तो ग्रेडियंट की है? इट इज़ नॉर्मल टू द सरफेस। देखो मेन पार्ट है ग्रेडियंट नू कैलकुलेट करना। ग्रेडियंट ਨੂੰ ਅਸੀਂ ਕਿਸ ਤਰ੍ਹਾਂ ਕੈਲਕੂਲੇਟ ਕਰਦੇ ਹਾਂ? ਉਹਦੇ ਲਈ ਇੱਕ ਐਗਜ਼ਾਮਪਲ ਲਿੱਤੀ ਹੈ ਮੈਂ ਤੁਹਾਡੀ ਬੁੱਕ ਚੋਂ ਕਿ ਇਫ r ਇਜ਼ ਇਕੁਅਲ ਟੂ xi ਪਲਸ yj ਕੈਪ ਪਲਸ zk ਕੈਪ, ਮਤਲਬ ਪੋਜੀਸ਼ਨ ਵੈਕਟਰ ਹੈ ਜਿਹੜਾ ਪਾਰਟੀਕਲ ਦਾ ਉਹ xi ਪਲਸ yj ਪਲਸ zk ਹੈ।
ਤਾਂ ਅਸੀਂ ਗ੍ਰੇਡੀਐਂਟ ਕੈਲਕੂਲੇਟ ਕਰਨਾ ਹੈ 1/r ਦਾ। ਕਹਿੰਦਾ ਫਾਈਂਡ ਆਊਟ ਕਰੋ ਗ੍ਰੇਡੀਐਂਟ 1/r ਦਾ। ਮਤਲਬ ਤੁਹਾਡਾ ਫੰਕਸ਼ਨ ਕੀ ਹੈ? ਤੁਹਾਡਾ ਫੰਕਸ਼ਨ ਹੈ 1/r, ਬਟ ਆਪਾਂ ਨੂੰ ਗਿਵਨ ਕੀ ਹੈ? ਆਪਾਂ ਨੂੰ ਗਿਵਨ ਹੈ r ਵੈਕਟਰ। ਤਾਂ ਫਿਰ ਅਸੀਂ ਕੀ ਕਰਾਂਗੇ? ਅਸੀਂ ਉਸ r ਦਾ ਮੈਗਨੀਟਿਊਡ ਫਾਈਂਡ ਆਊਟ ਕਰ ਲਾਂਗੇ, ਉਸ ਪੋਜੀਸ਼ਨ ਵੈਕਟਰ ਦਾ ਮੈਗਨੀਟਿਊਡ ਫਾਈਂਡ ਆਊਟ ਕਰ ਲਾਂਗੇ। ਤਾਂ ਵੈਕਟਰ ਦਾ ਮੈਗਨੀਟਿਊਡ ਫਾਈਂਡ ਆਊਟ ਕਰਨ ਦਾ ਕੀ ਤਰੀਕਾ ਹੈ? x² + y² + z² ਦਾ ਰੂਟ। ਹੁਣ ਅਸੀਂ ਇਸ ਫੰਕਸ਼ਨ ਦਾ ਗ੍ਰੇਡੀਐਂਟ ਫਾਈਂਡ ਆਊਟ ਕਰਨਾ ਹੈ। ਗ੍ਰੇਡੀਐਂਟ ਨੂੰ ਅਸੀਂ ਕਿਸ ਤਰ੍ਹਾਂ ਲਿਖਦੇ ਹਾਂ? ਦੇਖੋ ਡੈਲ, ਪਹਿਲਾਂ ਤਾਂ ਡੈਲ ਆਪਰੇਟਰ ਹੀ ਲਿਖ ਲਓ। ਕਰਲੀ ਪੌਨ ਕਰਲੀ x, ਕਰਲੀ ਪੌਨ ਕਰਲੀ y, ਕਰਲੀ ਪੌਨ ਕਰਲੀ z। ਫੰਕਸ਼ਨ ਕੀ ਸੀਗਾ? v ਐਂਡ v। ਫੋਲੋ ਕਰ ਰਹੇ ਹੋ ਬੇਟਾ ਮੇਰੀ ਗੱਲ? ਡੈਲ v ਸਾਡਾ ਫੰਕਸ਼ਨ ਹੈ, ਡੈਲ ਆਪਰੇਟਰ ਹੈ। ਅਸੀਂ ਕੁਝ ਨਹੀਂ ਕਰਨਾ, ਅਸੀਂ v ਦੀ ਡਿਫਰੈਂਸ਼ੀਏਸ਼ਨ ਕਰਨੀ ਹੈ, ਪਾਰਸ਼ੀਅਲ ਡੈਰੀਵੇਟਿਵਸ ਫਾਈਂਡ ਆਊਟ ਕਰਨੇ ਆ ਅਗਰ ਅਸੀਂ ਇਹਨੂੰ ਸਿੰਪਲ ਵਰਡਿੰਗਸ ਦੇ ਵਿੱਚ ਬੋਲੀਏ। ਤਾਂ ਅਗਰ ਅਸੀਂ ਇਨੀਸ਼ੀਅਲੀ ਕਰਲੀ v ਪੌਨ ਕਰਲੀ x ਕੱਢਣਾ ਹੈ, ਮਤਲਬ v ਦੀ ਡਿਫਰੈਂਸ਼ੀਏਸ਼ਨ ਕਰਨੀ ਹੈ, ਪਾਰਸ਼ੀਅਲ ਡੈਰੀਵੇਟਿਵਸ ਕਰਨੇ ਨੇ ਵਿਦ ਰਿਸਪੈਕਟ ਟੂ x। ਤਾਂ v ਸਾਡਾ ਕੀ ਸੀਗਾ? v ਸਾਡਾ ਫੰਕਸ਼ਨ ਆਹ ਵਾਲਾ ਹੈ। ਤਾਂ ਕਰਲੀ ਪੌਨ ਕਰਲੀ x, x² + y² + z² ਦਾ -1/2। ਹੁਣ ਬੇਟਾ -1/2 ਕਿਉਂ ਕੀਤਾ? ਕਿਉਂਕਿ ਅਸੀਂ ਗ੍ਰੇਡੀਐਂਟ ਫਾਈਂਡ ਆਊਟ ਕਰਨਾ ਹੈ 1/r ਦਾ। ਤਾਂ r ਨੇ ਉੱਪਰ ਜਾ ਕੇ ਕੀ ਬਣ ਜਾਣਾ ਹੈ? ਮਾਈਨਸ ਬਣ ਜਾਣਾ ਹੈ। ਇਸ ਕਰਕੇ ਉਰੇ ਕੀ ਆ ਗਿਆ? -1/2। ਤਾਂ ਅਗਰ ਅਸੀਂ ਇਹਦੀ ਡਿਫਰੈਂਸ਼ੀਏਸ਼ਨ ਕਰਦੇ ਹਾਂ, ਫਸਟ ਸਟੈਪ ਦੇ ਵਿੱਚ ਪਾਵਰ ਨੀਚੇ ਆਊਗੀ ਇਨਟੂ x² + y² + z² ਦਾ -3/2। ਫਿਰ ਉਸ ਤੋਂ ਬਾਅਦ ਨੈਕਸਟ ਕੀ ਕਰਨਾ ਹੈ? ਕਿਉਂਕਿ ਸਿਰਫ ਵਿਦ ਰਿਸਪੈਕਟ ਟੂ x ਕਰ ਰਹੇ ਹਾਂ ਆਪਾਂ, ਤਾਂ x² ਦੀ ਡਿਫਰੈਂਸ਼ੀਏਸ਼ਨ ਹੋਊਗੀ 2x। 2 ਨਾਲ 2 ਕੈਂਸਲ ਹੋ ਗਿਆ। ਕੀ ਬਚ ਗਿਆ ਸਾਡੇ ਕੋਲ? -x। ਇਹ ਵਾਲੀ ਵੈਲਿਊ ਮਾਈਨਸ ਦੀ ਸੀਗੀ ਤਾਂ ਇਹ ਨੀਚੇ ਆ ਜੂਗੀ। -x ਪੌਨ x² + y² + z² ਦਾ 3/2। ਇਹ ਤਾਂ ਸੀਗੀ ਤੁਹਾਡੇ ਫੰਕਸ਼ਨ ਦੀ ਡਿਫਰੈਂਸ਼ੀਏਸ਼ਨ ਵਿਦ ਰਿਸਪੈਕਟ ਟੂ x। ਸਿਮਿਲਰਲੀ ਅਗਰ ਅਸੀਂ ਵਿਦ ਰਿਸਪੈਕਟ ਟੂ y ਫਾਈਂਡ ਆਊਟ ਕਰਨਾ ਹੈ, ਤਾਂ ਕਰਲੀ ਪੌਨ ਕਰਲੀ y, ਸੇਮ ਫੰਕਸ਼ਨ x² + y² + z² ਦਾ -1/2। ਤਾਂ -1/2 ਪਹਿਲਾਂ ਪਾਵਰ ਨੀਚੇ ਆ ਜੂਗੀ, ਫਿਰ ਉਸ ਤੋਂ ਬਾਅਦ ਹੋਲ ਪਾਵਰ ਦੇ ਵਿੱਚ ਅਸੀਂ 1 ਮਾਈਨਸ ਕਰਨਾ ਹੁੰਦਾ। ਤਾਂ x² + y² + z² ਦਾ -3/2 ਇਨਟੂ ਇੱਥੇ ਕਿਹਦੀ ਡਿਫਰੈਂਸ਼ੀਏਸ਼ਨ ਹੋਊਗੀ? y² ਦੀ ਹੋਊਗੀ, ਕਿਉਂਕਿ ਅਸੀਂ ਵਿਦ ਰਿਸਪੈਕਟ ਟੂ y ਕਰ ਰਹੇ ਹਾਂ, 2y। ਤਾਂ 2 ਨਾਲ 2 ਕੈਂਸਲ ਹੋ ਗਿਆ। -y x² + y² + z² ਦਾ 3/2 ਨੀਚੇ ਆ ਗਿਆ। ਸਿਮਿਲਰਲੀ ਜਦੋਂ ਅਸੀਂ ਵਿਦ ਰਿਸਪੈਕਟ ਟੂ z ਕਰਦੇ ਹਾਂ, ਉਹਦੇ ਵਿੱਚ ਕੀ ਆ ਜਾਊਗਾ? -z x² + y² + z² ਦਾ 3/2। ਹੁਣ ਇਹ ਤਿੰਨੋਂ ਟਰਮਸ ਨੂੰ ਅਸੀਂ ਕਲੈਕਟ ਕਰ ਲੈਂਦੇ ਹਾਂ। ਤਿੰਨੋਂ ਟਰਮਸ ਨੂੰ ਅਗਰ ਅਸੀਂ ਕਲੈਕਟ ਕਰਦੇ ਹਾਂ ਤਾਂ ਡੈਲ v ਸਾਡੇ ਕੋਲ ਕੀ ਬਣ ਗਿਆ? -i⁻x ਨੀਚੇ x² + y² + z² ਦਾ 3/2 -j -k ਨੀਚੇ ਸੇਮ ਵੈਲਿਊਜ਼ ਨੇ। ਤਾਂ ਅਗਰ ਅਸੀਂ ਇਹਨਾਂ ਨੂੰ ਕਲੈਕਟ ਕਰਦੇ ਹਾਂ ਕਾਮਨ ਕੱਢ ਕੇ, ਦੇਖੋ ਨੀਚੇ ਸਭ ਦੇ ਸੇਮ ਹੈ, ਡਿਨੋਮੀਨੇਟਰ 'ਚ ਸਭ ਦੇ ਸੇਮ ਹੈ। ਤਾਂ ਅਸੀਂ ਇਹ ਵੈਲਿਊ ਕਾਮਨ ਲੈ ਲਈ, ਮਾਈਨਸ ਕਾਮਨ ਲੈ ਲਿਆ। ਤਾਂ ਸਾਡੇ ਕੋਲ ਅੰਦਰ ਕੀ ਬਣ ਗਿਆ? xi ਕੈਪ yj ਕੈਪ + zk ਕੈਪ ਬਣ ਗਿਆ। ਇਹ ਸਾਰਾ ਐਕਚੁਅਲੀ 'ਚ ਕੀ ਹੈ? ਦਿਸ ਇਜ਼ ਐਕਚੁਅਲੀ r ਵੈਕਟਰ। ਮਤਲਬ ਇਹ ਕੀ ਬਣ ਗਿਆ? -r ਵੈਕਟਰ। ਨੀਚੇ ਕੀ ਹੈ? ਮੈਗਨੀਟਿਊਡ ਫਾਰਮ 'ਚ ਪਿਆ। ਇਹਨੂੰ ਅਸੀਂ ਕੀ ਲਿਖ ਸਕਦੇ ਹਾਂ? r³ ਲਿਖ ਸਕਦੇ ਹਾਂ। ਸੋ ਗ੍ਰੇਡੀਐਂਟ ਆਫ 1/r ਇਜ਼ ਇਕੁਅਲ ਟੂ -r ਵੈਕਟਰ ਅਪੋਨ r³। ਬੇਟਾ ਦੇਖੋ ਇਸ ਚੈਪਟਰ ਦੇ ਵਿੱਚ ਮੈਕਸਿਮਮ ਨੂਮੈਰੀਕਲਸ ਨੇ ਜਿਹੜੇ ਉਹ ਤੁਹਾਨੂੰ ਕਰਨੇ ਪੈਣਗੇ, ਕਿਉਂਕਿ ਇਸ ਚੈਪਟਰ ਦੇ ਜਿਹੜੇ ਨੂਮੈਰੀਕਲਸ ਨੇ ਉਹਨਾਂ ਦੀ ਪੇਪਰਸ 'ਚ ਆਉਣ ਦੀ ਜਿਹੜੀ ਪ੍ਰੋਬੇਬਿਲਿਟੀ ਹੈ ਉਹ ਕਾਫੀ ਜ਼ਿਆਦਾ ਹੈ। ਤਾਂ ਇਸ ਚੈਪਟਰ ਦੇ ਆਲਮੋਸਟ ਤੁਹਾਨੂੰ ਸਾਰੇ ਨੂਮੈਰੀਕਲਸ ਕਰਨੇ ਪੈਣਗੇ। ਦੇਖੋ ਇੱਕ ਨੂਮੈਰੀਕਲ ਕਰਾਤਾ ਮੈਂ ਤੁਹਾਨੂੰ ਗ੍ਰੇਡੀਐਂਟ ਦੇ ਬੇਸ ਤੇ, ਤਾਂ ਆਪਣੀਆਂ ਬੁੱਕਸ ਦੇ ਵਿੱਚ ਬੇਟਾ ਚੈੱਕ ਕਰੋ, ਤੁਹਾਨੂੰ ਮੈਂ ਹੋਮਵਰਕ ਦੇ ਰਹੀ ਹਾਂ। 3 ਨੂਮੈਰੀਕਲਸ ਨੇ, ਨੋਟ ਕਰੋ। if v is equal to exponential the power xyz find gradient at 1 - 1 1। ਮਤਲਬ ਤੁਹਾਡਾ ਫੰਕਸ਼ਨ ਜਿਹੜਾ ਹੈ, ਤੁਹਾਡਾ ਫੰਕਸ਼ਨ ਕੀ ਹੈ? ਐਕਸਪੋਨੈਂਸ਼ੀਅਲ ਦੀ ਪਾਵਰ xyz। ਤੁਸੀਂ ਉਹਦਾ ਗ੍ਰੇਡੀਐਂਟ ਫਾਈਂਡ ਆਊਟ ਕਰਨਾ ਹੈ। ਬੇਟਾ ਮੈਂ ਬਾਰ-ਬਾਰ ਬੋਲ ਰਹੀ ਹਾਂ, ਇਹ ਕੋਈ ਡਿਫਿਕਲਟ ਟਰਮਸ ਨਹੀਂ ਹੈਗੀਆਂ, ਬਹੁਤ ਸਿੰਪਲ ਹੈ। ਗ੍ਰੇਡੀਐਂਟ ਦਾ ਮੀਨਿੰਗ ਕੀ ਹੈ? ਗ੍ਰੇਡੀਐਂਟ ਦਾ ਮੀਨਿੰਗ ਹੈ ਜੋ ਤੁਹਾਨੂੰ ਫੰਕਸ਼ਨ ਦਿੱਤਾ ਹੋਇਆ ਹੈ ਉਸ ਫੰਕਸ਼ਨ ਦੀ ਤੁਸੀਂ ਡਿਫਰੈਂਸ਼ੀਏਸ਼ਨ ਕਰਨੀ ਹੈ, ਦੈਟਸ ਆਲ। ਸੈਕਿੰਡ ਨੋਟ ਕਰੋ, ਤੁਸੀਂ ਫਾਈਂਡ ਆਊਟ ਕਰਨੇ ਗ੍ਰੇਡੀਐਂਟ r raised to the power n।
r raised to the power n if r vector is xi yj plus zk। अगर पोजीशन वैक्टर इन्ना है तो तुसी ग्रेडियंट फाइंड आउट करना है r रेज टू द पावर n ਦਾ। एक चीज़ ध्यान रखनी है बेटा, ग्रेडियंट हमेशा स्केलर फंक्शन का फाइंड आउट ਹੁੰਦਾ है। थर्ड क्वेश्चन है फाइंड ग्रेडियंट ऑफ 1 बाय आर क्यूब इफ आर वैक्टर इज इक्वल टू xi प्लस yj प्लस zk। जिस तरह आप ग्रेडियंट फाइंड आउट किया सी 1 बाय आर का, ये ग्रेडियंट है 1 बाय आर क्यूब का, मतलब आर थोड़ा की सी, आर थोड़ा सी एक्स स्क्वायर प्लस वाई स्क्वायर प्लस जैड स्क्वायर का 1/2। अगर ये क्यूब करते हैं तो उरे क्यूब आ जाऊगा इधर भी। अगर इनू रेसीप्रोकल च लेने हैं, क्योंकि असी रेसीप्रोकल का फाइंड आउट करना है, तो उरे तुहाडे कोल की आ जाऊगा, माइनस आ जाऊगा। इस तरह बेटा अगर तुसी वैक्टर्स नू दिमाग च रखोगे, वैक्टर्स नू अपना वैक्टर्स के रूल्स नू रीकैप करोगे, तो ये सारा कुछ बहुत ईजिली हो जाएगा। फिर भी बेटा किसी भी बच्चे नू किसी भी टर्म दे विच कुछ समझण दे विच डिफिकल्टी आती है तो तुसी विदाउट एनी हैजिटेशन मैनू कॉल भी कर सकते हो। पहला एक बार व्हाट्सएप ते मैसेज करो, ठीक है, कि असी गल करनी है। उस तो बाद जो टाइम मैं तुहानू दूँगी उहदे अकॉर्डिंग तुसी मेरे नाल गल कर सकते हो। ओके, थैंक्स।